किताब विपरन की रीत तो सच दा मार्ग भाग चौथा। लेखक सरदार गुरबख्श सिंह काला अफगाना। चौथे कांड का 10वां भाग सदा सुखीए। 11वां भाग अज्ञानता दुखां दा मूल ਅਤੇ 12ਵਾਂ भाग सुख दुख एक समान। आवाज़ गुरजंट सिंह रूपोवाली। वाहिगुरू जी का खालसा वाहिगुरू जी की फतेह। सदा सुखीए। सतगुर सेवन अपना ते विरले संसार, हौमे ममता मार कै हर आख्या उरतार। हों तिनके बलहारणे जिन नामे लगा प्यार, सेई सुखीए चौं जुगी जिना नाम अखुट अपार। पन्ना 26। अर्थ जगत ਵਿੱਚ ਉਹ ਬੰਦੇ ਵਿਰਲੇ ਹਨ ਜਿਹੜੇ ਪਿਆਰੇ ਸਤਿਗੁਰ ਦੀ ਸ਼ਰਨ ਲੈਂਦੇ ਹਨ, ਜਿਹੜੇ ਹਉਮੈ ਨੂੰ ਤੇ ਮਲਕੀਅਤ ਦੀ ਲਾਲਸਾ ਨੂੰ ਮਾਰ ਕੇ ਆਪਣੇ ਹਿਰਦੇ ਵਿੱਚ ਪ੍ਰਮਾਤਮਾ ਨੂੰ ਟਿਕਾਉਂਦੇ ਹਨ। ਮੈਂ ਉਹਨਾਂ ਬੰਦਿਆਂ ਤੋਂ ਸਦਕੇ ਹਾਂ ਜਿਨ੍ਹਾਂ ਦਾ ਪ੍ਰਮਾਤਮਾ ਦੇ ਨਾਮ ਵਿੱਚ ਹੀ ਪ੍ਰੇਮ ਬਣਿਆ ਰਹਿੰਦਾ ਹੈ। ਉਹੀ ਬੰਦੇ ਚੌਹਾਂ ਜੁਗੀ ਕਥਿਤ ਚੌਹਾਂ ਹੀ ਯੁੱਗਾਂ ਵਿੱਚ ਅਰਥਾਤ ਸਦਾ ਹੀ ਸੁਖੀ ਰਹਿੰਦੇ ਹਨ, ਜਿਨ੍ਹਾਂ ਦੇ ਪਾਸ ਕਦੇ ਨਾ ਮੁੱਕਣ ਵਾਲਾ ਬੇਅੰਤ ਨਾਮ ਦਾ ਖਜ਼ਾਨਾ ਹੈ। ਜਿਨੀ ਸੱਚ ਪਛਾਣਿਆ ਸੇ ਸੁਖੀਏ ਜੁਗ ਚਾਰ, ਹਉਮੈ ਤ੍ਰਿਸ਼ਨਾ ਮਾਰ ਕੈ ਸੱਚ ਰਖਿਆ ਉਰਤਾਰ। ਜਗ ਮੈਂ ਲਾਹਾ ਏਕ ਨਾਮ ਪਾਈਐ ਗੁਰ ਵਿਚਾਰ। ਪੰਨਾ 54। ਅਰਥ ਜਿਨ੍ਹਾਂ ਬੰਦਿਆਂ ਨੇ ਸਦਾ ਥਿਰ ਪ੍ਰਭੂ ਨਾਲ ਸਾਂਝ ਪਾ ਲਈ ਹੈ, ਉਹ ਸਦਾ ਹੀ ਆਤਮਿਕ ਸੁੱਖ ਮਾਣਦੇ ਹਨ। ਉਹ ਆਪਣੀ ਹਉਮੈ ਅਤੇ ਮਾਇਆ ਵਾਲੀ ਤ੍ਰਿਸ਼ਨਾ ਮਾਰ ਕੇ ਸਦਾ ਥਿਰ ਪ੍ਰਭੂ ਦੇ ਨਾਮ ਨੂੰ ਆਪਣੇ ਹਿਰਦੇ ਵਿੱਚ ਟਿਕਾ ਰੱਖਦੇ ਹਨ। ਜਗਤ ਵਿੱਚ ਆਉਣ ਦਾ ਪਰਮਾਤਮਾ ਦਾ ਇੱਕ ਨਾਮ ਹੀ ਲਾਭ ਹੈ ਜੋ ਮਨੁੱਖ ਨੂੰ ਖੱਟਣਾ ਚਾਹੀਦਾ ਹੈ, ਅਤੇ ਇਹ ਨਾਮ ਗੁਰੂ ਦੀ ਦਸੀ ਸਿੱਖਿਆ ਦੀ ਰਾਹੀਂ ਹੀ ਮਿਲ ਸਕਦਾ ਹੈ। ਏਕਾ ਨਿਰਭਉ ਬਾਤ ਸੁਣੀ ਸੋ ਸੁਖੀਆ ਸੋ ਸਦਾ ਸੁਹੇਲਾ, ਜੋ ਗੁਰ ਮਿਲ ਗਾਏ ਗੁਣੀ। ਰਹਾਉ। ਪੰਨਾ 998। ਗੁਰੂ ਨੂੰ ਮਿਲ ਕੇ ਪ੍ਰਭੂ ਦੇ ਗੁਣ ਗਾ ਕੇ ਸਦੀਵੀ ਸੁੱਖ ਦੀ ਪ੍ਰਾਪਤੀ ਵਾਲੀ ਗੱਲ ਹਰ ਪੱਖੋਂ ਨਿਰਭੈ ਕਰ ਦੇਣ ਵਾਲੀ ਹੈ। ਜਾ ਕਾ ਸਭ ਕਿਛ ਤਾਕਾ ਹੋਏ, ਨਾਨਕ ਤਾਕੋ ਸਦਾ ਸੁਖ ਹੋਏ। ਪੰਨਾ 186। ਅਰਥ ਹੇ ਨਾਨਕ, ਜਿਸ ਪਰਮਾਤਮਾ ਦਾ ਰਚਿਆ ਹੋਇਆ ਇਹ ਸਾਰਾ ਸੰਸਾਰ ਹੈ, ਉਸ ਪਰਮਾਤਮਾ ਦਾ ਸੇਵਕ ਜਿਹੜਾ ਮਨੁੱਖ ਬਣ ਜਾਂਦਾ ਹੈ, ਉਸ ਨੂੰ ਸਦਾ ਆਤਮਿਕ ਸੁੱਖ ਪ੍ਰਾਪਤ ਰਹਿੰਦਾ ਹੈ। ਪੌੜੀ। ਹੋਵੇ ਸੁੱਖ ਘਣਾ ਦਈ ਤੇ ਆਇਐ, ਵੰਝੈ ਰੋਗਾਂ ਕਾਣ ਹਰ ਗੁਣ ਗਾਇਐ। ਅੰਦਰ ਵਰਤੇ ਠਾਂਡ ਪ੍ਰਭ ਚਿਤ ਆਇਐ, ਪੂਰਨ ਹੋਵੇ ਆਸ ਨਾਏ ਮਨ ਵਸਾਇਐ। ਕੋਏ ਨ ਲੱਗੈ ਬਿਗਨ ਆਪ ਗਵਾਇਐ, ਗਿਆਨ ਪਦਾਰਥ ਮਤ ਗੁਰ ਤੇ ਪਾਇਐ। ਤਿਨ ਪਾਏ ਸਭੇ ਥੋਕ ਜਿਸ ਆਪ ਦਿਵਾਇਐ, ਤੂੰ ਸਭਨਾ ਕਾ ਖਸਮ ਸਭ ਤੇਰੀ ਛਾਇਐ। ਪੰਨਾ 520। ਦਈ ਅਰਥਾਤ ਪਰਮਾਤਮਾ ਦੀ ਸਦੀਵੀ ਯਾਦ ਹੀ ਸਦੀਵੀ ਆਤਮਿਕ ਸੁੱਖ ਹੈ। ਆਤਮਾ ਸੁਖੀ ਹੈ ਤਾਂ ਸਰੀਰਕ ਰੋਗ ਦੀ ਚਿੰਤਾ ਮੁੱਕ ਜਾਂਦੀ ਹੈ। ਜਦ ਸਾਰੇ ਦੁੱਖਾਂ ਨੂੰ ਪ੍ਰਭੂ ਦੀ ਦਾਤ ਮੰਨ ਲਿਆ ਤਾਂ ਫਿਰ ਰੋਗਾਂ ਦੇ ਹੋਣ ਦਾ ਜਾਂ ਨਾ ਹੋਣ ਦਾ ਮਨ 'ਤੇ ਅਸਰ ਨਹੀਂ ਰਹਿੰਦਾ। ਆਪਾ ਭਾਵ ਮਿਟਾ ਕੇ ਸਤਿਗੁਰਾਂ ਦੀ ਮੱਤ ਗ੍ਰਹਿਣ ਕਰਨ ਨਾਲ ਆਪਣੇ ਮਨ ਅੰਦਰ ਦੀ ਅਗਿਆਨਤਾ ਦਾ ਹਨੇਰਾ ਦੂਰ ਹੋ ਜਾਂਦਾ ਹੈ। ਅੰਦਰ ਦੀਆਂ ਗਿਆਨ ਨਜ਼ਰਾਂ ਨੂੰ ਸਰਬ ਸੁੱਖਾਂ ਦਾ ਦਾਤਾ ਹਿਰਦੇ ਵਿੱਚ ਪ੍ਰਗਟੇ ਹੋਏ ਦਿਸ ਪੈਂਦਾ ਹੈ। ਹਰ ਹਰ ਨਾਮ ਜਪੰਤਿਆਂ ਕਛ ਨਾ ਕਹੇ ਜਮ ਕਾਲ, ਨਾਨਕ ਮਨ ਤਨ ਸੁਖੀ ਹੋਏ ਅੰਤੈ ਮਿਲੇ ਗੋਪਾਲ। ਪੰਨਾ 457। 11ਵਾਂ ਭਾਗ ਅਗਿਆਨਤਾ ਦੁੱਖਾਂ ਦਾ ਮੂਲ। ਅਗਿਆਨਤਾ ਵੀ ਦੁੱਖਾਂ ਦਾ ਕਾਰਨ ਬਣਦੀ ਹੈ। ਗੁਰੂ ਗਿਆਨ ਦਾ ਪ੍ਰਕਾਸ਼ ਹੋ ਜਾਣ 'ਤੇ ਅਗਿਆਨਤਾ ਦਾ ਹਨੇਰਾ ਦੂਰ ਹੋ ਜਾਣਾ ਸਦੀਵੀ ਆਤਮਿਕ ਸੁੱਖਾਂ ਦਾ ਸਬੱਬ ਬਣਦਾ ਹੈ। ਬਿਨ ਭਾਗਾਂ ਸਤਿਗੁਰ ਨਾ ਮਿਲੇ, ਘਰ ਬੈਠਿਆਂ ਨਿਕਟ ਨਿਤ ਪਾਸ। ਅੰਤਰ ਅਗਿਆਨ ਦੁਖ ਭਰਮ ਹੈ, ਵਿੱਚ ਪੜਦਾ ਦੂਰ ਪਈ ਆਸ। ਬਿਨ ਸਤਿਗੁਰ ਭੇਟੇ ਕੰਚਨ ਨਾ ਥੀਐ, ਮਨਮੁਖ ਲੋਹ ਬੂਢਾ ਬੇੜੀ ਪਾਸ। ਪੰਨਾ 40। ਅਰਥ ਚੰਗੀ ਕਿਸਮਤ ਤੋਂ ਬਿਨਾਂ ਗੁਰੂ ਨਹੀਂ ਮਿਲਦਾ, ਅਤੇ ਗੁਰੂ ਤੋਂ ਬਿਨਾਂ ਪਰਮਾਤਮਾ ਦਾ ਮਿਲਾਪ ਨਹੀਂ ਹੁੰਦਾ। ਭਾਵੇਂ ਸਾਡੇ ਹਿਰਦੇ ਵਿੱਚ ਬੈਠਾ ਹਰ ਵੇਲੇ ਸਾਡੇ ਨੇੜੇ ਸਾਡੇ ਕੋਲ ਹੈ। ਜਿਸ ਜੀਵ ਦੇ ਅੰਦਰ ਅਗਿਆਨਤਾ ਦੇ ਹਨੇਰੇ ਦਾ ਦੁੱਖ ਟਿਕਿਆ ਰਹੇ, ਜਿਸ ਨੂੰ ਮਾਇਆ ਦੀ ਭਟਕਣਾ ਲੱਗੀ ਰਹੇ, ਉਸ ਦੇ ਅੰਦਰ ਪਰਮਾਤਮਾ ਨਾਲੋਂ ਮਾਇਆ ਦੇ ਮੋਹ ਦਾ ਅਤੇ ਭਟਕਣਾ ਦਾ ਪਰਦਾ ਰਹਿੰਦਾ।
ਉਸ ਦੀ ਜਿੰਦ ਦੀ ਅੰਦਰ ਵਾਸਤੇ ਹੀ ਪ੍ਰਭੂ ਤੋਂ ਦੂਰੀ ਬਣੀ ਰਹਿੰਦੀ ਹੈ। ਆਪਣੇ ਮਨ ਦੇ ਪਿੱਛੇ ਤੁਰਨ ਵਾਲਾ ਮਨੁੱਖ ਮਾਨੋ ਲੋਹਾ ਹੈ ਜੋ ਗੁਰੂ ਪਾਰਸ ਨੂੰ ਮਿਲਣ ਤੋਂ ਬਿਨਾਂ ਸੋਨਾ ਨਹੀਂ ਬਣ ਸਕਦਾ। ਗੁਰੂ ਬੇੜੀ ਉਸ ਮਨੁੱਖ ਲੋਹੇ ਦੇ ਪਾਸ ਹੀ ਹੈ, ਪਰ ਉਹ ਵਿਕਾਰਾਂ ਦੀ ਨਦੀ ਵਿੱਚ ਡੁੱਬਦਾ ਹੈ। ਦੁੱਖ ਅੰਧੇਰਾ ਘਰ ਤੇ ਮਿਟਿਓ, ਗੁਰ ਗਿਆਨ ਦ੍ਰਿੜਾਇਓ, ਦੀਪ ਬਲਿਓ। ਪੰਨਾ 241। ਸਤਿਗੁਰਾਂ ਦੀ ਕਿਰਪਾ ਨਾਲ ਜਿਸ ਮਨੁੱਖ ਨੂੰ ਬ੍ਰਹਮ ਦਾ ਗਿਆਨ ਕਰਵਾ ਕੇ ਹਿਰਦੇ ਵਿੱਚ ਪ੍ਰਭੂ ਨਾਲ ਡੂੰਘੀ ਸਾਂਝ ਬਣਾ ਦਿੱਤੀ, ਉਸ ਦੇ ਅੰਦਰ ਆਤਮਿਕ ਸੂਝ ਦਾ ਦੀਵਾ ਜਗ ਪੈਂਦਾ ਹੈ ਅਤੇ ਅਗਿਆਨਤਾ ਦੇ ਮਿਟਦਿਆਂ ਹੀ ਦੁੱਖਾਂ ਦਾ ਡੇਰਾ ਉੱਜੜ ਜਾਂਦਾ ਹੈ। ਅਗਿਆਨਤਾ ਹੀ ਭਰਮਾਂ ਅਤੇ ਦੁੱਖਾਂ ਦਾ ਅਨੁਭਵ ਸਾਂਭੀ ਬੈਠੀ ਹੁੰਦੀ ਹੈ ਅਤੇ ਸਤਿਗੁਰੂ ਜੀ ਦਾ ਗਿਆਨ ਦੁੱਖਾਂ ਦੇ ਮੂਲ ਅਗਿਆਨਤਾ ਦੇ ਭਰਮ ਹਨੇਰੇ ਦਾ ਨਾਸ਼ ਕਰ ਦਿੰਦਾ ਹੈ। ਅੰਤਰ ਅਗਿਆਨ ਦੁੱਖ ਭਰਮ ਹੈ, ਗੁਰ ਗਿਆਨ ਗਵਾਈ। ਸ਼ਬਦ ਭਾਖਤ ਸਸ ਜੋਤ ਅਪਾਰਾ, ਸਸ ਘਰ ਸੂਰ ਵਸੈ ਮਿਟੇ ਅੰਧਿਆਰਾ। ਸੁਖ ਦੁਖ ਸਮ ਕਰ ਨਾਮ ਆਧਾਰਾ, ਆਪੇ ਪਾਰ ਉਤਾਰਨ ਹਾਰਾ। ਗੁਰ ਪਰਚੇ ਮਨ ਸਾਜ ਸਮਾਏ, ਪਰਣਵਤ ਨਾਨਕ ਕਾਲ ਨਾ ਖਾਏ। ਪੰਨਾ 943। ਅਰਥ, ਜਦੋਂ ਸਤਿਗੁਰ ਦਾ ਸ਼ਬਦ ਉਚਾਰਦਿਆਂ ਹਿਰਦੇ ਵਿੱਚ ਚੰਦਰਮਾ ਦੀ ਅਪਾਰ ਜੋਤ ਪ੍ਰਗਟ ਹੋ ਜਾਂਦੀ ਹੈ, ਭਾਵ ਹਿਰਦੇ ਵਿੱਚ ਸ਼ਾਂਤੀ ਪੈਦਾ ਹੁੰਦੀ ਹੈ। ਚੰਦਰਮਾ ਦੇ ਘਰ ਵਿੱਚ ਸੂਰਜ ਆ ਵਸਦਾ ਹੈ, ਭਾਵ ਸ਼ਾਂਤ ਹਿਰਦੇ ਵਿੱਚ ਗਿਆਨ ਦਾ ਸੂਰਜ ਚੜ੍ਹ ਪੈਂਦਾ ਹੈ। ਤਦੋਂ ਅਗਿਆਨਤਾ ਦਾ ਹਨੇਰਾ ਮਿਟ ਜਾਂਦਾ ਹੈ। ਗੁਰੂ ਦੇ ਸ਼ਬਦ ਗਿਆਨ ਦੀ ਬਰਕਤ ਨਾਲ ਜਦੋਂ ਗੁਰਮੁਖ ਸੁੱਖ ਅਤੇ ਦੁੱਖ ਨੂੰ ਇੱਕੋ ਜਿਹਾ ਜਾਣ ਕੇ ਨਾਮ ਨੂੰ ਜ਼ਿੰਦਗੀ ਦਾ ਆਸਰਾ ਬਣਾਉਂਦਾ, ਭਾਵ ਦੁੱਖ ਅਤੇ ਸੁੱਖ ਵਿੱਚ ਹਰ ਵੇਲੇ ਪ੍ਰਭੂ ਨੂੰ ਨਾ ਵਿਸਾਰੇ, ਤਦੋਂ ਤਾਰਨਹਾਰ ਪ੍ਰਭੂ ਉਸ ਨੂੰ ਆਪ ਹੀ ਦੁਤਾਰ ਸਾਗਰ ਤੋਂ ਪਾਰ ਲੰਘਾ ਲੈਂਦਾ ਹੈ। ਸਤਿਗੁਰਾਂ ਨਾਲ ਡੂੰਘੀ ਸਾਂਝ ਬਣਾਇਆ ਗੁਰਮੁਖ ਦਾ ਮਨ ਸੱਚੇ ਪ੍ਰਭੂ ਵਿੱਚ ਲੀਨ ਹੋ ਜਾਂਦਾ ਹੈ ਤੇ ਉਸ ਨੂੰ ਮੌਤ ਦਾ ਡਰ ਨਹੀਂ ਵਿਆਪਦਾ। ਹਰ ਹਰ ਨਾਮ ਜਪੋ ਮੇਰੇ ਮੀਤ, ਨਿਰਮਲ ਹੋਏ ਤੁਮਹਾਰਾ ਚੀਤ। ਮਨ ਤਨ ਕੀ ਸਭ ਮਿਟੇ ਬਲਾਏ, ਦੁੱਖ ਅੰਧੇਰਾ ਸਗਲਾ ਜਾਏ। ਪੰਨਾ 867। ਭਾਗ 12ਵਾਂ। ਸੁੱਖ ਦੁੱਖ ਏਕ ਸਮਾਨ। ਦੁੱਖ ਸੁੱਖ ਆਪਣੇ ਆਪ ਵਿੱਚ ਕੋਈ ਚੀਜ਼ ਨਹੀਂ ਹੈ। ਮਨ ਦੀ ਕਮਜ਼ੋਰੀ ਅਤੇ ਅਗਿਆਨਤਾ ਦੇ ਕਾਰਨ ਦੁੱਖਾਂ ਸੁੱਖਾਂ ਦਾ ਭਰਮ ਮਨੁੱਖ ਦਾ ਆਤਮਿਕ ਸੁੱਖ ਨਸ਼ਟ ਕਰਦਾ ਹੈ। ਅਸਲੀਅਤ ਤੋਂ ਅਸਮਝ ਹੋਣ ਦੇ ਕਾਰਨ ਮਨੁੱਖ ਧਰਮ ਕਰਮਾਂ ਦੁਆਰਾ ਕਿਸੇ ਕਰਾਮਾਤੀ ਢੰਗ ਨਾਲ ਦੁੱਖਾਂ ਤੋਂ ਛੁਟਕਾਰਾ ਪਾ ਕੇ ਸੁੱਖਾਂ ਦੀ ਪ੍ਰਾਪਤੀ ਚਾਹੁੰਦਾ ਹੈ। ਧਰਮਾਂ ਕਰਮਾਂ ਦੇ ਨਾਲ ਦੇਵਤਿਆਂ ਅਥਵਾ ਪ੍ਰਭੂ ਨੂੰ ਖੁਸ਼ ਕਰਕੇ ਸੁੱਖਾਂ ਦੀ ਪ੍ਰਾਪਤੀ ਵਾਸਤੇ ਨਿਸਫਲ ਦੌੜ ਆਦਿ ਕਾਲ ਤੋਂ ਲੱਗੀ ਤੁਰੀ ਆ ਰਹੀ ਹੈ। ਪਰ ਧਰਮ ਆਗੂਆਂ ਅਤੇ ਵਿਪਰ ਦੇ ਕਰਾਮਾਤੀ ਮਾਇਆ ਜਾਲ ਨੇ ਮਨੁੱਖ ਨੂੰ ਇਸ ਦੌੜ ਤੋਂ ਥੱਕਣ ਜਾਂ ਅੱਕਣ ਨਹੀਂ ਸੀ ਦਿੱਤਾ। ਸਤਿਗੁਰਾਂ ਦਾ ਗਿਆਨ ਮਨੁੱਖ ਨੂੰ ਪਦਾਰਥੀ ਸੁੱਖਾਂ ਦੁੱਖਾਂ ਦੇ ਭਰਮ ਜਾਲ ਤੋਂ ਕਿਵੇਂ ਮੁਕਤ ਕਰਦਾ ਹੈ, ਆਓ ਇਕਾਗਰਤਾ ਨਾਲ ਸਮਝੀਏ। ਪਰ ਦਾਰਾ ਪਰ ਧਨ ਪਰ ਲੋਭਾ ਹੋਮੇ ਬਿਖੈ ਬੇਕਾਰ, ਦੁਸ਼ਟ ਭਾਉ ਤਜ ਨਿੰਦ ਪਰਾਈ, ਕਾਮ ਕ੍ਰੋਧ ਚੰਡਾਰ। ਮਹਿਲ ਮੇਂ ਬੈਠੇ ਆਗਮ ਅਪਾਰ, ਭੀਤਰ ਅੰਮ੍ਰਿਤ ਸੋਈ ਜਨ ਪਾਵੈ, ਜਿਸ ਗੁਰ ਕਾ ਸ਼ਬਦ ਰਤਨ ਆਚਾਰ ਰਹਾ। ਸੁਖ ਦੁਖ ਦੋ ਸਮ ਕਰ ਜਾਣੇ, ਬੁਰਾ ਭਲਾ ਸੰਸਾਰ, ਸੁਧ ਬੁੱਧ ਸੁਰਤ ਨਾਮ ਹਰ ਪਾਈਐ, ਸਤ ਸੰਗਤ ਗੁਰ ਪਿਆਰ। ਪੰਨਾ 1255। ਅਰਥ, ਅਪਹੁੰਚ ਤੇ ਬੇਅੰਤ ਪ੍ਰਭੂ ਜੀ ਹਰੇਕ ਸਰੀਰ ਵਿੱਚ ਬੈਠੇ ਹੋਏ ਹਨ। ਉਹ ਮਨੁੱਖ ਪ੍ਰਭੂ ਦਾ ਨਾਮ ਅੰਮ੍ਰਿਤ ਪ੍ਰਾਪਤ ਕਰਦਾ ਹੈ, ਜਿਸ ਦੀ ਨਿਤ ਦੀ ਕਿਰਿਆ ਗੁਰੂ ਦਾ ਸ੍ਰੇਸ਼ਟ ਸ਼ਬਦ ਆਪਣੇ ਅੰਦਰ ਵਸਾਉਣਾ ਹੋ ਜਾਏ ਰਹਾ। ਜਿਹੜੇ ਮਨੁੱਖ ਗੁਰੂ ਦਾ ਸ਼ਬਦ ਹਿਰਦੇ ਵਿੱਚ ਵਸਾਉਂਦਾ ਤੇ ਆਤਮਿਕ ਜੀਵਨ ਦੇਣ ਵਾਲਾ ਨਾਮ ਰਸ ਪ੍ਰਾਪਤ ਕਰਦਾ, ਉਹ ਪਰਾਈ ਇਸਤਰੀ ਦਾ ਸੰਗ, ਪਰਾਇਆ ਧਨ, ਬਹੁਤ ਲਾਲਚ, ਹਉਮੈ, ਵਿਸ਼ਿਆਂ ਵਾਲੀ ਰੁਚੀ, ਮੰਦੇ ਕਰਮ, ਭੈੜੀ ਨੀਅਤ, ਪਰਾਈ ਨਿੰਦਿਆ, ਕਾਮ ਅਤੇ ਚੰਡਾਲ ਕ੍ਰੋਧ, ਇਹ ਸਭ ਕੁਝ ਤਿਆਗ ਦਿੰਦਾ ਹੈ। ਸੱਚਾ ਸਾਹਿਬ ਮੈਂ ਅਤ ਪਿਆਰਾ, ਪੂਰੇ ਗੁਰ ਕੇ ਸ਼ਬਦ ਅਪਾਰਾ, ਨਾਨਕ ਨਾਮ ਮਿਲੇ ਵਡਿਆਈ, ਦੁੱਖ ਸੁੱਖ ਸਮ ਕਰ ਜਾਣਿਆ। ਪੰਨਾ 115। ਅਰਥ, ਸਦਾ ਸਥਿਰ ਰਹਿਣ ਵਾਲਾ ਮਾਲਕ ਮੈਨੂੰ ਹੁਣ ਬਹੁਤ ਪਿਆਰਾ ਲੱਗਦਾ ਹੈ। ਪੂਰੇ ਗੁਰੂ ਦੇ ਸ਼ਬਦ ਵਿੱਚ ਜੁੜ ਕੇ ਮੈਂ ਉਸ ਮਾਲਕ ਨੂੰ ਆਪਣੀ ਜ਼ਿੰਦਗੀ ਦਾ ਆਸਰਾ ਬਣਾ ਲਿਆ ਹੈ। ਇਹ ਨਾਨਕ, ਪ੍ਰਭੂ ਦੇ ਨਾਮ ਵਿੱਚ ਚਿੱਤ ਜੋੜਿਆਂ ਲੋਕ ਪਰਲੋਕ ਵਿੱਚ ਇੱਜ਼ਤ ਮਿਲਦੀ ਹੈ। ਪ੍ਰਭੂ ਨਾਮ ਵਿੱਚ ਜੁੜਨ ਵਾਲੇ ਬੰਦੇ ਦੁਨੀਆ ਦੇ ਦੁੱਖ ਤੇ ਸੁੱਖ ਨੂੰ ਇੱਕੋ ਜਿਹਾ ਜਾਣਦੇ ਹਨ।
ਸਤਿਗੁਰਾਂ ਦਾ ਲੜ ਫੜਿਆਂ ਭਾਵ ਸਿੱਧਕ ਅਤੇ ਪੱਕੇ ਵਿਸ਼ਵਾਸ ਨਾਲ ਗੁਰੂ ਦੀ ਮੱਤ ਅਨੁਸਾਰ ਚੱਲਣ ਨਾਲ ਅਕਾਲ ਪੁਰਖ ਦੇ ਭਾਣੇ ਦੀ ਸੋਝੀ ਆ ਜਾਂਦੀ ਹੈ ਅਤੇ ਜਦ ਰੱਬੀ ਹੁਕਮ ਦੀ ਪਛਾਣ ਆ ਗਈ ਤਾਂ ਪ੍ਰਭੂ ਦੀ ਰਜ਼ਾ ਵਿੱਚ ਰਾਜੀ ਰਹਿਣਾ ਆਨੰਦਮਈ ਬਣ ਜਾਂਦਾ ਅਤੇ ਅਕਾਲ ਪੁਰਖ ਦਾ ਹਰ ਭਾਣਾ ਮਿੱਠਾ ਲੱਗਦਾ। ਦੁੱਖ ਦੀ ਚਿੰਤਾ ਨਾ ਰਹੀ ਅਤੇ ਸੁੱਖ ਵਿੱਚ ਕਿਸੇ ਉਚੇਚੀ ਖੁਸ਼ੀ ਦੀ ਪਛਾਣ ਭੁੱਲ ਗਏ। ਸਦਾ ਆਨੰਦ ਹੀ ਆਨੰਦ ਵਾਲੀ ਅਡੋਲ ਅਵਸਥਾ ਬਣ ਗਈ। ਸਤਿਗੁਰਾਂ ਦਾ ਉਪਦੇਸ਼ ਧਿਆਨ ਨਾਲ ਵਿਚਾਰ ਕੇ ਹਿਰਦੇ ਵਿੱਚ ਵਸਾਉਣਾ ਗੁਰਸਿੱਖੀ ਹੈ। ਸਤਿਗੁਰੂ ਜੀ ਫਰਮਾਨ ਕਰਦੇ ਹਨ, ਸੁਖ ਕੋ ਮੰਗੈ ਸਭ ਕੋ, ਦੁੱਖ ਨਾ ਮੰਗੈ ਕੋਇ। ਸੁਖੇ ਕੋ ਦੁਖ ਅਗਲਾ, ਮਨਮੁਖ ਬੂਝ ਨਾ ਹੋਏ। ਸੁਖ ਦੁਖ ਸਮ ਕਰ ਜਾਣੀਐ, ਸ਼ਬਦ ਭੇਦ ਸੁਖ ਹੋਏ। ਪੰਨਾ 57। ਅਰਥ, ਹਰੇਕ ਜੀਵ ਦੁਨੀਆ ਵਾਲਾ ਸੁੱਖ ਮੰਗਦਾ ਹੈ, ਕੋਈ ਵੀ ਦੁੱਖ ਨਹੀਂ ਮੰਗਦਾ। ਪਰ ਮਾਇਕ ਸੁੱਖ ਨੂੰ ਦੁੱਖ ਰੂਪ ਫਲ ਬਹੁਤ ਲੱਗਦਾ ਹੈ। ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਬੰਦੇ ਨੂੰ ਇਸ ਭੇਦ ਦੀ ਸਮਝ ਨਹੀਂ ਆਉਂਦੀ। ਉਹ ਨਾਮ ਤੋਂ ਵਾਂਝਿਆ ਰਹਿ ਕੇ ਪਦਾਰਥ ਸੁੱਖਾਂ ਲਈ ਭਟਕਦਾ ਰਹਿੰਦਾ। ਅਸਲ ਵਿੱਚ ਦੁਨੀਆ ਦੇ ਦੁੱਖ ਅਤੇ ਸੁੱਖ ਇੱਕੋ ਜਿਹੇ ਸਮਝਣੇ ਚਾਹੀਦੇ ਹਨ। ਅਸਲ ਵਿੱਚ ਆਤਮਿਕ ਸੁੱਖ ਤਾਂ ਹੀ ਮਿਲਦਾ ਜੇ ਗੁਰੂ ਦੇ ਸ਼ਬਦ ਗਿਆਨ ਦੇ ਰਾਹੀਂ ਮਨ ਨੂੰ ਵਿੰਨ ਲਿਆ ਜਾਏ, ਮਨ ਨੂੰ ਨੱਥ ਪਾ ਕੇ ਦੁਨੀਆ ਦੇ ਮੌਜ ਮੇਲਿਆਂ ਵੱਲੋਂ ਰੋਕ ਰੱਖਿਆ ਜਾਏ। ਪਰਮਾਤਮਾ ਦੀ ਯਾਦ ਵਿੱਚ ਮਨ ਜੁੜਿਆ ਰਹਿਣਾ ਸੁੱਖਾਂ ਦਾ ਮੂਲ ਹੈ। 8 ਪਹਿਰ ਹਰਿ ਕੇ ਗੁਣ ਗਾਵੈ, ਭਗਤ ਪ੍ਰੇਮ ਰਸ ਮਾਤਾ। ਹਰਖ ਸੋਖ ਦੁਮਹਿ ਨਿਰਾਲਾ, ਕਰਨੇ ਹਾਰ ਪਛਾਤਾ। ਪੰਨਾ 498। ਅਰਥ, 8 ਪਹਿਰ ਪਰਮਾਤਮਾ ਦੀ ਭਗਤੀ ਅਤੇ ਉਸ ਦੇ ਪਿਆਰ ਵਿੱਚ ਮਸਤ ਰਹਿ ਕੇ ਪ੍ਰਭੂ ਦੇ ਗੁਣ ਗਾਉਂਦੇ ਰਹਿਣ ਵਾਲਾ ਮਨੁੱਖ ਖੁਸ਼ੀ ਅਤੇ ਗਮੀ ਦੋਹਾਂ ਤੋਂ ਨਿਰਲੇਪ ਰਹਿੰਦਾ ਹੈ। ਉਹ ਸਦਾ ਸਿਰਜਣਹਾਰ ਪ੍ਰਭੂ ਨਾਲ ਸਾਂਝ ਪਾਈ ਰੱਖਦਾ ਹੈ। ਕਰਮ ਕਰੇ ਤਾਂ ਬੰਦਾ, ਨਹਿ ਕਰੇ ਤਾਂ ਨਿੰਦਾ। ਮੋਹ ਮਗਨ ਮਨ ਵਿਆਪਿਆ ਚਿੰਦਾ। ਗੁਰ ਪ੍ਰਸਾਦ ਸੁਖ ਦੁੱਖ ਸਮ ਜਾਣੈ, ਘਟ ਘਟ ਰਾਮ ਹਿਆਲੀਐ। ਪੰਨਾ 1019। ਸੁਖ ਦੁੱਖ ਜਹ ਪਰਸੈ ਨਹੀਂ, ਲੋਭ ਮੋਹ ਅਭਿਮਾਨ। ਕਹੋ ਨਾਨਕ ਸੁਨ ਰੇ ਮਨਾ, ਸੋ ਮੂਰਤ ਭਗਵਾਨ। ਪੰਨਾ 1427। ਪ੍ਰਭੂ ਦੇ ਪਿਆਰੇ, ਜਿਸ ਮਨੁੱਖ ਨੂੰ ਲੋਭ ਮੋਹ ਅਭਿਮਾਨ ਅਥਵਾ ਦੁੱਖ ਅਤੇ ਸੁੱਖ ਪਾਉਂਦੇ ਨਹੀਂ, ਸਮਝੋ ਉਹ ਪੁਰਾਣੀ ਵਿਕਾਰਾਂ ਤੋਂ ਮੁਕਤੀ ਪਾ ਚੁੱਕਾ ਹੈ। ਨਾਨਕ ਭਗਤਾਂ ਸਦਾ ਵਿਗਾਸ। ਸਦਾ ਖਿੜਿਆ ਰਹਿਣ ਵਾਲੇ ਭਗਤ ਨੂੰ ਦੁੱਖਾਂ ਅਤੇ ਮੁਸੀਬਤਾਂ ਦੇ ਕਿਸੇ ਅਸਰ ਤੋਂ ਨਿਰਲੇਪ ਰੱਖਣ ਵਾਲੀ ਸ਼ਕਤੀ ਉਸ ਦਾ ਉਹ ਗੁਰਮੁਖ ਹਿਰਦਾ ਜਿਹੜਾ ਸਰਬੱਤ ਦੇ ਭਲੇ ਵਾਲੀ ਭਾਵਨਾ ਨਾਲ ਨੱਕਾ ਨੱਕ ਭਰਿਆ ਰਹਿੰਦਾ ਹੈ। ਜਿੱਥੇ ਸਾਰੀ ਮਨੁੱਖਤਾ ਲਈ ਪਿਆਰ ਛਲਕ ਰਿਹਾ ਹੈ, ਉੱਥੇ ਦੁੱਖਾਂ ਅਤੇ ਸੁੱਖਾਂ ਦੇ ਅਨੁਭਵ ਨੂੰ ਥਾਂ ਕਿੱਥੇ। ਪਰ ਕਾ ਬੁਰਾ ਨਾ ਰੱਖੋ ਚੀਤ, ਤੁਮਕੋ ਦੁੱਖ ਨਹੀਂ ਭਾਈ ਮੀਤ। ਪੰਨਾ 386। ਸਹਿਜ ਅਵਸਥਾ ਵਾਲੀ ਅਡੋਲਤਾ ਵਿੱਚ ਟਿਕਿਆ ਹੋਇਆ ਧੀਰਜਵਾਨ ਸੁਭਾਅ ਮਨੁੱਖ ਨੂੰ ਔਕੜਾਂ ਤੋਂ ਅਭਿੱਜ ਰੱਖਦਾ ਹੈ। ਅਜਿਹਾ ਮਹਾਨ ਆਤਮਾ ਮਹਾਂਪੁਰਖ ਪ੍ਰਭੂ ਦੀ ਰਜ਼ਾ ਨੂੰ ਅਥਵਾ ਸੰਜੋਗ ਵਿਜੋਗ ਵਾਲੇ ਹੁਕਮ ਦੀ ਕਾਰ ਸਮਝ ਚੁੱਕਾ ਹੁੰਦਾ ਹੈ। ਉਸ ਨੂੰ ਪਤਾ ਹੁੰਦਾ ਹੈ ਕਿ ਦੁੱਖ ਅਤੇ ਸੁੱਖ ਪ੍ਰਭੂ ਦੀ ਹੀ ਦੇਣ ਹਨ ਅਤੇ ਇਹਨਾਂ ਦਾ ਆਉਣਾ ਅਤੇ ਜਾਣਾ ਰੱਬੀ ਖੇਡ ਹੈ। ਹਰਖ ਸੋਖ ਦੁਹੂੰ ਤੇ ਮੁਕਤੇ, ਸਦਾ ਅਲਿਪਤ ਜੋਗ ਅਰ ਜੁਗਤੇ। ਦੀਸੇ ਸਭ ਮੈਂ ਸਭ ਤੇ ਰਹਤੇ, ਪਾਰ ਬ੍ਰਹਮ ਕਾ ਹੋਏ ਧਿਆਨ ਧਰਤੇ। ਪੰਨਾ 181। ਅਰਥ, ਗੁਰਮੁਖ ਖੁਸ਼ੀ ਗਮੀ ਦੋਹਾਂ ਤੋਂ ਹੀ ਸੁਤੰਤਰ ਰਹਿੰਦੇ ਹਨ। ਉਹ ਸਦਾ ਮਾਇਆ ਤੋਂ ਨਿਰਲੇਪ ਰਹਿੰਦੇ ਹਨ, ਪਰਮਾਤਮਾ ਦੀ ਯਾਦ ਵਿੱਚ ਜੁੜੇ ਰਹਿੰਦੇ ਹਨ ਅਤੇ ਚੰਗੀ ਜੀਵਨ ਜੁਗਤ ਵਾਲੇ ਹੁੰਦੇ ਹਨ। ਉਹ ਮਨੁੱਖ ਸਭ ਨਾਲ ਪ੍ਰੇਮ ਕਰਦੇ ਵੀ ਦਿਸਦੇ ਹਨ ਅਤੇ ਸਭ ਤੋਂ ਵੱਖਰੇ ਨਿਰਮੋਹ ਵੀ ਦਿਸਦੇ ਹਨ। ਉਹ ਮਨੁੱਖ ਸਦਾ ਪਰਮਾਤਮਾ ਦੀ ਯਾਦ ਵਿੱਚ ਸੁਰਤ ਜੋੜੀ ਰੱਖਦੇ ਹਨ। ਜਦੋਂ ਦੁੱਖ ਅਤੇ ਸੁੱਖ ਇੱਕ ਸਮਾਨ ਹੋਦੇ ਸਨ, ਫਿਰ ਕੋਈ ਝੋਰਾ ਜਾਂ ਸਾੜਾ ਰਹਿ ਨਹੀਂ ਸਕਦਾ। ਜਾ ਕੇ ਦੁੱਖ ਸੁੱਖ ਸਮ ਕਰ ਜਾਪੈ, ਤਾਕੋ ਕਾੜਾ ਕਹਾਂ ਵਿਆਪੈ। ਪੰਨਾ 186। ਅਰਥ, ਜਿਸ ਮਨੁੱਖ ਦੇ ਹਿਰਦੇ ਵਿੱਚ ਹਰੇਕ ਦੁੱਖ ਸੁੱਖ ਇੱਕੋ ਜਿਹਾ ਪ੍ਰਤੀਤ ਹੁੰਦਾ ਹੈ, ਉਸ ਨੂੰ ਕੋਈ ਚਿੰਤਾ ਫਿਕਰ ਕਦੇ ਦਬਾਅ ਨਹੀਂ ਪਾ ਸਕਦੀ। ਗੁਰਦੇਵ ਜੀ ਜ਼ਿੰਦਗੀ ਦੇ ਅਸਲ ਭੇਦ ਨੂੰ ਸਮਝ ਚੁੱਕੇ ਮਨੁੱਖ ਦਾ ਪਤਾ ਦੱਸਦੇ ਹਨ। ਸੁੱਖ ਦੁੱਖ ਦੋਨੋਂ ਸਮ ਕਰ ਜਾਣੈ, ਔਰ ਮਾਨ ਅਪਮਾਨਾ। ਹਰਖ ਸੋਖ ਤੈ ਰਹਿ ਅਤੀਤਾ, ਤਿੰਨ ਜਗਤਾ ਤਪਛਾਨਾ। ਫਰੀਦਾ ਦੁੱਖ ਸੁੱਖ ਇੱਕ ਕਰ, ਦਿਲ ਤੇ ਲਾਹ ਵਿਕਾਰ। ਅੱਲਾ ਭਾਵੈ ਸੋ ਭਲਾ,
ਤਾਂ ਲੱਭੀ ਦਰਬਾਰ। ਪੰਨਾ 1383। ਉੱਚੀ ਆਤਮਕ ਅਵਸਥਾ ਵਾਲੇ ਮਨੁੱਖ ਨੇ ਅਥਵਾ ਵਡਭਾਗੀ ਨੇ ਅਕਾਲ ਪੁਰਖ ਦੇ ਹੁਕਮ ਦੀ ਕਾਰ ਦਾ ਭੇਦ ਜਾਣ ਲਿਆ। ਉਹ ਦੁੱਖ ਅਤੇ ਸੁੱਖ ਵਿੱਚ ਕੋਈ ਫਰਕ ਨਹੀਂ ਸਮਝਦਾ। ਉਹ ਹਰ ਹਾਲਤ ਵਿੱਚ ਅਡੋਲ ਰਹਿੰਦਾ ਹੈ। ਗੁਰ ਕਾ ਸ਼ਬਦ ਵਿਚਾਰ ਜੋਗੀ, ਦੁੱਖ ਸੁੱਖ ਸਮਕਰ ਕਰਨਾ ਸੋਗ ਬਿਯੋਗੀ। ਭੁਗਤ ਨਾਮ ਗੁਰ ਸ਼ਬਦ ਵਿਚਾਰੀ, ਆਸਥਿਰ ਕੰਧ ਜਪੇ ਨਿਰੰਕਾਰੀ। ਪੰਨਾ 879। ਅਰਥ ਹੈ ਜੋਗੀ, ਗੁਰੂ ਦੇ ਸ਼ਬਦ ਨੂੰ ਸਮਝ ਉਸ ਸ਼ਬਦ ਦੀ ਅਗਵਾਈ ਵਿੱਚ ਦੁੱਖ ਸੁੱਖ ਨੂੰ, ਨਿਰਾਸ਼ਤਾ ਭਰੇ ਗਮ ਅਤੇ ਆਸਾਂ ਭਰੇ ਸੁੱਖ ਨੂੰ ਇੱਕ ਸਮਾਨ ਸਹਾਰਨ ਦੀ ਜਾਚ ਸਿੱਖ। ਗੁਰੂ ਦੇ ਸ਼ਬਦ ਵਿੱਚ ਜੁੜ ਕੇ ਪ੍ਰਭੂ ਦੇ ਨਾਮ ਨੂੰ ਚਿੱਤ ਵਿੱਚ ਵਸਾ। ਇਹ ਤੇਰਾ ਭੁਗਤ ਭੰਡਾਰਾ ਬਣੇ, ਇਹ ਤੇਰੇ ਆਤਮਾ ਦੀ ਖੁਰਾਕ ਬਣੇ। ਨਿਰੰਕਾਰ ਦਾ ਨਾਮ ਜਪ, ਇਸ ਦੀ ਬਰਕਤ ਨਾਲ ਗਿਆਨ ਇੰਦਰੇ ਵਿਕਾਰਾਂ ਵੱਲ ਡੋਲਣੋਂ ਬਚੇ ਰਹਿਣਗੇ। ਜੋ ਨਰ ਦੁੱਖ ਮੈਂ ਦੁੱਖ ਨਹੀਂ ਮਾਨੈ, ਸੁਖ ਸਨੇਹ ਅਰ ਭੈ ਨਹੀਂ ਜਾਕੈ, ਕੰਚਨ ਮਾਟੀ ਮਾਨੇ ਰਹਾ। ਨਹਿ ਨਿੰਦਿਆ ਨਹ ਉਸਤਤ ਜਾਕੈ, ਲੋਭ ਮੋਹ ਅਭਮਾਨਾ। ਹਰਖ ਸੋਖ ਤੇ ਰਹੇ ਨਿਆਰੋ, ਨਾਹੇ ਮਾਨ ਅਪਮਾਨਾ। ਆਸਾ ਮਨਸਾ ਸਗਲ ਤਿਆਗੈ, ਜਗ ਤੇ ਰਹੇ ਨਿਰਾਸਾ। ਕਾਮ ਕ੍ਰੋਧ ਜਿਹ ਪਰਸੇ ਨਾ ਹਨ, ਤਿਹ ਘਟ ਬ੍ਰਹਮ ਨਿਵਾਸਾ। ਗੁਰ ਕਿਰਪਾ ਜੇ ਨਰ ਕੋ ਕੀਨੀ, ਤੇ ਇਹ ਜੁਗਤ ਪਛਾਨੀ। ਨਾਨਕ ਲੀਨ ਭਇਓ ਗੋਬਿੰਦ ਸਿਉ, ਜਿਉ ਪਾਣੀ ਸੰਗ ਪਾਣੀ। ਕਿਤਾਬ ਵਿਪਰਨ ਕੀ ਰੀਤ ਤੋਂ ਸੱਚ ਦਾ ਮਾਰਗ ਭਾਗ ਚੌਥਾ। ਲੇਖਕ ਸਰਦਾਰ ਗੁਰਬਖਸ਼ ਸਿੰਘ ਕਾਲਾ ਅਫਗਾਨਾ। ਚੌਥੇ ਕਾਂਡ ਦਾ 10ਵਾਂ, 11ਵਾਂ ਅਤੇ 12ਵਾਂ ਭਾਗ। ਆਵਾਜ਼ ਗੁਰਜੰਟ ਸਿੰਘ ਰੂਪੋਵਾਲੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।